ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ-ਪ੍ਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਸਿੱਕਿਮ ਰਾਜ ਦੇ ਭਾਰਤ ਵਿੱਚ ਸ਼ਾਮਲ ਹੋਣ ਸੁਤੰਤਰਤਾ ਸੈਨਾਨੀ ਭੀਮਬੋਰ ਦਿਓਰੀ, ਰਾਸ਼ਟਰਵਾਦੀ ਰਘੁਨਾਥ ਮੁਦੋਲਕਰ ਅਤੇ ਸੁਤੰਤਰਤਾ ਸੈਨਾਨੀ ਸਾਹੂ ਬਾਰੇ ਜਾਣਕਾਰੀ ਦੇ ਰਹੇ ਹਾਂ। 16 ਮਈ ਨੂੰ ਸਿੱਕਮ ਦਿਵਸ ਮਨਾਇਆ ਜਾਂਦਾ ਹੈ। 1975 ਵਿੱਚ ਇਸੇ ਦਿਨ ਸਿੱਕਮ ਭਾਰਤ ਦਾ ਅੰਗ ਬਣਿਆ ਸੀ। 17ਵੀਂ ਸਦੀ ਦੌਰਾਨ ਸਿੱਕਮ ਚੌਗਿਆਲ ਸਾਮਰਾਜ ਦੇ ਅਧੀਨ ਸੀ, ਪਰ 1890 ਤੱਕ ਇਹ ਬਰਤਾਨਵੀ ਸ਼ਾਸਨ ਦੇ ਤਹਿਤ ਰਿਜ਼ਰਵ ਰਾਜ ਬਣ ਗਿਆ, ਜਿਸ ਨੂੰ ਚੀਨ ਅਤੇ ਬਰਤਾਨਵੀ ਭਾਰਤ ਦਰਮਿਆਨ ਬਫਰ ਰਾਜ ਦੇ ਰੂਪ ਵਿੱਚ ਉਪਯੋਗ ਕੀਤਾ ਜਾਂਦਾ ਸੀ। 1947 ਵਿੱਚ ਸਿੱਕਮ ਇੱਕ ਤਰ੍ਹਾਂ ਨਾਲ ਭਾਰਤ ਦਾ ਅੰਗ ਬਣਿਆ। ਇਸ ਦੀ ਵਿਦੇਸ਼ ਨੀਤੀ, ਸੁਰੱਖਿਆ ਅਤੇ ਸੰਚਾਰ ਭਾਰਤ ਦੇ ਅਧਿਕਾਰ ਵਿੱਚ ਆ ਗਿਆ, ਪਰ ਇਸ ਦੇ ਨਾਲ ਹੀ ਉਹ ਸੁਤੰਤਰ ਰਾਜ ਬਣਿਆ ਰਿਹਾ। 1973 ਵਿੱਚ ਲੋਕਾਂ ਨੇ ਜਵਾਬਦੇਹ ਸਰਕਾਰ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਰਾਜਸ਼ਾਹੀ ਦੇ ਵਿਰੋਧ ਵਿੱਚ ਅੰਦੋਲਨ ਸ਼ੁਰੂ ਹੋਇਆ। ਜਨਮਤ ਸੰਗ੍ਰਹਿ ਵਿੱਚ 97% ਤੋਂ ਵੱਧ ਲੋਕਾਂ ਨੇ ਰਾਜਸ਼ਾਹੀ ਸਮਾਪਤ ਕਰਨ ਦਾ ਸਮਰਥਨ ਕੀਤਾ। ਇਸੇ ਕਾਰਨ ਸਿੱਕਮ ਦਾ ਰਲੇਵਾਂ ਅਧਿਕਾਰਤ ਰੂਪ ਨਾਲ ਭਾਰਤ ਵਿੱਚ ਹੋ ਗਿਆ। ਨਵੇਂ ਰਾਜ ਨੂੰ ਸੰਘ ਵਿੱਚ ਸ਼ਾਮਲ ਕਰਨ ਲਈ ਭਾਰਤੀ ਸੰਸਦ ਨੇ ਦੇਸ਼ ਦੇ ਸੰਵਿਧਾਨ ਵਿੱਚ ਸੋਧ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਸ਼ਰਤਾਂ ਦੇ ਨਿਰਧਾਰਨ ਲਈ 35ਵੀਂ ਸੋਧ ਕੀਤੀ ਗਈ, ਜਿਸ ਤਹਿਤ ਸਿੱਕਮ ਨੂੰ ਸਹਿਯੋਗੀ ਰਾਜ ਬਣਾਇਆ ਗਿਆ। ਕੁਝ ਮਹੀਨਿਆਂ ਬਾਅਦ 35ਵੀਂ ਸੋਧ ਨੂੰ ਰੱਦ ਕਰਨ ਲਈ 36ਵੀਂ ਸੋਧ ਕੀਤੀ ਗਈ ਅਤੇ ਸਿੱਕਮ ਨੂੰ ਮੁਕੰਮਲ ਰਾਜ ਬਣਾਇਆ ਗਿਆ ਅਤੇ ਸੰਵਿਧਾਨ ਦੀ ਪਹਿਲੀ ਅਨੁਸੂਚੀ ਵਿੱਚ ਸ਼ਾਮਲ ਕੀਤਾ ਗਿਆ। ਅਸੀਂ ਅੱਜ ਸੁਤੰਤਰਤਾ ਸੈਨਾਨੀ ਭੀਮਬੋਰ ਦਿਓਰੀ ਨੂੰ ਵੀ ਯਾਦ ਕਰ ਰਹੇ ਹਾਂ। ਉਹਨਾਂ ਦਾ ਜਨਮ 16 ਮਈ 1903 ਨੂੰ ਹੋਇਆ ਸੀ। ਭੀਮਬੋਰ ਦਿਓਰੀ ਨੇ ਅਸਮ ਦੇ ਸਾਰੇ ਭਾਈਚਾਰਿਆਂ ਨੂੰ ਇਕਜੁੱਟ ਕਰਕੇ ਰਾਜ ਦੇ ਸਮਾਜਿਕ, ਆਰਥਿਕ ਅਤੇ ਵਿਦਿਅਕ ਵਿਕਾਸ ਲਈ ਸੰਘਰਸ਼ ਕੀਤਾ। ਉਹਨਾਂ ਨੇ ਅਸਮ ਦੇ ਭਾਰਤ ਵਿੱਚ ਏਕੀਕਰਨ ਲਈ ਲੜਾਈ ਲੜੀ ਅਤੇ ਸਫਲ ਹੋਏ। ਪੇਸ਼ੇ ਤੋਂ ਵਕੀਲ ਦਿਓਰੀ ਨੇ 1933 ਵਿੱਚ ਅਸਮ ਪਛੜਾ ਖੇਤਰ ਜਨਜਾਤੀ ਲੀਗ ਦੀ ਸਥਾਪਨਾ ਵਿੱਚ ਸਹਾਇਤਾ ਕੀਤੀ। ਉਹਨਾਂ ਇਹ ਸੁਨਿਸ਼ਚਿਤ ਕਰਨ ਲਈ ਕੰਮ ਕੀਤਾ ਕਿ ਦੇਸ਼ 'ਚ ਅਸਮੀਆਂ ਲੋਕਾਂ ਨੂੰ ਭੂਮੀ ਦਿੱਤੀ ਜਾਵੇ। ਦਿਓਰੀ ਮਾਰਚ 1945 ਵਿੱਚ ਪ੍ਰਸਿੱਧ ਖਾਸੀ ਦਰਬਾਰ ਹਾਲ ਪ੍ਰਸਤਾਵਾਂ ਨੂੰ ਤਿਆਰ ਕਰਨ ਵਾਲਿਆਂ ਵਿੱਚ ਸ਼ਾਮਲ ਸਨ, ਜਿੱਥੇ ਵਿਭਿੰਨ ਦੇਸ਼ਜ ਭਾਈਚਾਰਕ ਨੇਤਾਵਾਂ ਨੇ ਆਪਣੀ ਸੁਤੰਤਰ ਜ਼ਮੀਨ ਬਹਾਲ ਕਰਨ ਲਈ ਪ੍ਰਸਤਾਵਾਂ ਦੇ ਲਈ ਪ੍ਰਤੀਬੱਧਤਾ ਜ਼ਾਹਰ ਕੀਤੀ। ਉਹਨਾਂ ਨੇ ਵਿਭਿੰਨ ਜਨਜਾਤੀਆਂ ਦੀ ਸੁਤੰਤਰਤਾ ਬਣਾਈ ਰੱਖਦੇ ਹੋਏ ਪੂਰਬ ਉੱਤਰ ਭਾਰਤ ਨੂੰ ਵਿਕਾਸ ਦੇ ਨਵੇਂ ਦ੍ਰਿਸ਼ਟੀਕੋਣ ਵੱਲ ਲਿਜਾਣ ਦੇ ਅੰਦੋਲਨ ਦੀ ਅਗਵਾਈ ਕੀਤੀ। ਭੀਮਬੋਰ ਦਿਓਰੀ ਨੇ ਅੰਤ ਤੱਕ ਦੇਸ਼ਜ ਲੋਕਾਂ ਦੇ ਅਧਿਕਾਰਾਂ ਲਈ ਲੜਾਈ ਜਾਰੀ ਰੱਖੀ। ਮਹਾਨ ਭਾਰਤੀ ਨੂੰ ਸ਼ਰਧਾਂਜਲੀ। ਅੱਜ ਰਾਸ਼ਟਰਵਾਦੀ ਰਘੁਨਾਥ ਮੁਦੋਲਕਰ ਨੂੰ ਵੀ ਯਾਦ ਕਰ ਰਹੇ ਹਾਂ। ਉਹਨਾਂ ਦਾ ਜਨਮ 16 ਮਈ 1857 ਨੂੰ ਮਹਾਰਾਸ਼ਟਰ ਦੇ ਖਾਨਦੇਸ਼ ਵਿੱਚ ਹੋਇਆ ਸੀ। ਉਦਾਰਵਾਦੀ ਨੇਤਾ ਮੁਦੋਲਕਰ 1912 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਬਾਂਕੀਪੋਰ ਇਜਲਾਸ ਦੇ ਪ੍ਰਧਾਨ ਸਨ। ਉਹ ਮਹਿਲਾ ਸਿੱਖਿਆ, ਵਿਧਵਾ ਪੁਨਰ ਵਿਵਾਹ ਅਤੇ ਛੂਤ-ਛਾਤ ਦੂਰ ਕਰਨ ਜਿਹੇ ਸਮਾਜਿਕ ਸੁਧਾਰਾਂ ਦੇ ਹਾਮੀ ਸਨ। ਰਘੁਨਾਥ ਮੁਦੋਲਕਰ ਗੋਖਲੇ ਦੇ ਸ਼ਾਗਿਰਦ ਸਨ। ਉਹਨਾਂ ਦਾ ਵਿਸ਼ਵਾਸ ਸੀ ਕਿ ਰਾਸ਼ਟਰੀ ਅੰਦੋਲਨ ਸੰਵਿਧਾਨਕ ਅਤੇ ਅਹਿੰਸਕ ਹੋਣਾ ਚਾਹੀਦਾ ਹੈ। ਉਹਨਾਂ ਨੇ ਬ੍ਰਿਟਿਸ਼ ਸਰਕਾਰ ਦੀ ਆਰਥਿਕ ਨੀਤੀ ਦੀ ਆਲੋਚਨਾ ਕੀਤੀ ਅਤੇ ਵਿਦਰਭ ਵਿੱਚ ਅਨੇਕ ਉਦਯੋਗਾਂ ਦੀ ਸਥਾਪਨਾ ਵਿੱਚ ਸਹਾਇਤਾ ਕੀਤੀ। 1890 ਵਿੱਚ ਉਹਨਾਂ ਨੂੰ ਭਾਰਤੀਆਂ ਦੀ ਮੰਗਾਂ ਨੂੰ ਪਹਿਚਾਉਣ ਲਈ ਕਾਂਗਰਸ ਦੇ ਵਫਦ ਦੇ ਨਾਲ ਇੰਗਲੈਂਡ ਭੇਜਿਆ ਗਿਆ। ਰਘੁਨਾਥ ਮੁਦੋਲਕਰ ਅੰਤ ਤੱਕ ਲੋਕਾਂ ਲਈ ਕੰਮ ਕਰਦੇ ਰਹੇ ਅਤੇ 13 ਜਨਵਰੀ 1921 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਇਸ ਮਹਾਨ ਭਾਰਤੀ ਨੂੰ ਨਮਨ। ਅੱਜ ਅਸੀਂ ਸੁਤੰਤਰਤਾ ਸੈਨਾਨੀ ਸਾਹੂ ਨੂੰ ਵੀ ਯਾਦ ਕਰ ਰਹੇ ਹਾਂ। ਉਹਨਾਂ ਨੇ ਪਹਿਲੇ ਸੁਤੰਤਰਤਾ ਸੰਗਰਾਮ ਵਿੱਚ ਭਾਗ ਲਿਆ ਸੀ। ਮੁਠਭੇੜ ਦੌਰਾਨ ਕੰਪਨੀ ਦੀ ਫੌਜ ਨੇ ਸਾਹੂ ਨੂੰ ਗ੍ਰਿਫਤਾਰ ਕਰ ਲਿਆ। 16 ਮਈ 1859 ਨੂੰ ਕੈਦ ਦੌਰਾਨ ਅੰਡੇਮਾਨ ਟਾਪੂ ਤੇ ਉਹਨਾਂ ਦਾ ਦੇਹਾਂਤ ਹੋ ਗਿਆ। ਵੀਰ ਸਾਹੂ ਨੂੰ ਨਮਨ।